भजो गोविंद भूल मत जाहो, भजो गोविंद भूल मत जाहो। भजो गोविंद भूल मत जाहो, भजो गोविंद भूल मत जाहो। मानस जन्म का एही लाहो, मानस जन्म का एही लाहो। भजो गोविंद भूल मत जाओ, भजो गोविंद भूल मत जाओ। गुर सेवा ते भगत कमाई, गुर सेवा ते भगत कमाई। तब एह मानस देही पाई, तब एह मानस देही पाई। इस देही को सिमरै देव, इस देही को सिमरै देव। सो देही भज हर की सेव, सो देही भज हर की सेव, सो देही भज हर की सेव। भजो गोविंद भूल मत जाहो, भजो गोविंद भूल मत जाहो, भजो गोविंद भूल मत जाहो। जब लग जरा रोग नहीं आया, जब लग जरा रोग नहीं आया, जब लग काल ग्रसी नहीं काया। जब लग काल ग्रसी नहीं काया, जब लग बिकल भई नहीं पानी, जब लग बिकल भई नहीं पानी। भज ले रे मन सारंग पानी, भज ले रे मन सारंग पानी, भज ले रे मन सारंग पानी। भजो गोविंद भूल मत जाओ, भजो गोविंद भूल मत जाओ। मानस जन्म का एही लाओ, मानस जन्म का एही लाओ। भजो गोविंद भूल मत जाओ, भजो गोविंद भूल मत जाओ। अब ना भजस भजस कब भाई, अपना भजस भजस कब भाई। आवे अंत ना भजया जाई,
अवसार। जो किछ कर है सोई अवसार, फिर पछतावो न पावो पार, फिर पछतावो न पावो पार। भजो गोविंद भूल मत जाओ, भजो गोविंद भूल मत जाओ। मानस जन्म का यही लाओ, मानस जन्म का यही लाओ। भजो गोविंद भूल मत जाओ, भजो गोविंद भूल मत जाओ। सो सेवक जो लाया सेव, सो सेवक जो लाया सेव, तिन ही पाए निरंजन देव। गुर मिलता के खुले कपाट, गुर मिलता के खुले कपाट। पहुड़ ना आवे जोनी पाट, पहुड़ ना आवे जोनी पाट, पहुड़ ना आवे जोनी बात, पहुड़ ना आवे जोनी बात। भजो गोविंद भूल मत जाओ, भजो गोविंद भूल मत जाओ। मानस जन्म का यही लाओ, मानस जन्म का यही लाओ। भजो गोविंद भूल मत जाओ, भजो गोविंद भूल मत जाओ। यही तेरा अवसर, यही तेरी बात, यही तेरा अवसर, यही तेरी बार, तेरी बार। यही तेरा अवसर, तेरी बार यही तेरा अवसर, यही तेरी बार, यही तेरा अवसर। भई प्राप्त मानुख दे हुरिया, गोबिंद मिलन की एह तेरी बरिया, यही तेरा अवसर। भई प्राप्त मानुख दे हुरिया, गोबिंद मिलन की एह तेरी बरिया। अवर काज तेरे किते न काम, मिल साध संगत भज केवल नाम। यही तेरा अवसर, यही तेरी बात। घट पी कर तू देख विचार, कहत कबीर जीत के हार। कहत कबीर
ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਜਿਨ੍ਹਾਂ ਨੂੰ ਲੱਕੀ ਭਾਜੀ ਵੀ ਕਿਹਾ ਜਾਂਦਾ ਹੈ, ਇਸ ਸਮਾਜ ਵਿੱਚ ਇਸ ਨਾਮ ਨਾਲ ਪ੍ਰਚਲਿਤ ਹਨ, ਜਾਣੇ ਜਾਂਦੇ ਹਨ। ਉਹਨਾਂ ਦੇ ਮਾਤਾ ਜੀ ਪਿਛਲੇ ਦਿਨੀ ਚੜ੍ਹਾਈ ਕਰ ਗਏ। ਭਾਵੇਂ ਤਬੀਅਤ ਪਹਿਲਾਂ ਹੀ ਨਾਸਾਜ਼ ਸੀ, ਪਰ ਸਮਾਂ ਪਾ ਕੇ ਜੀਵ ਆਤਮਾ ਆਪਣਾ ਸਫ਼ਰ ਮੁਕੰਮਲ ਕਰਕੇ ਸਤਿਗੁਰੂ ਵੱਲੋਂ ਬਖਸ਼ੇ ਹੋਏ ਸਵਾਸ ਪੂਰੇ ਕਰਕੇ ਇਸ ਮਾਤਲੋਕ ਵਿੱਚੋਂ ਚੜ੍ਹਾਈ ਕਰ ਗਏ। ਉਹਨਾਂ ਦੀ ਅੰਤਿਮ ਅਰਦਾਸ ਭੋਗ ਦੇ ਵਿੱਚ ਸ਼ਾਮਿਲ ਹੋਣ ਲਈ ਦੂਰ ਦੁਰਾਡੇ ਤੋਂ ਚੱਲ ਕੇ ਦੋਸਤ ਸੰਬੰਧੀ ਰਿਸ਼ਤੇਦਾਰ ਭੈਣ ਭਰਾ ਸਮਾਜਿਕ ਤੌਰ 'ਤੇ ਰਿਸ਼ਤਾ ਰੱਖਣ ਵਾਲੇ ਸਭ ਸੱਜਣ ਹਾਜ਼ਰੀ ਭਰ ਰਹੇ ਹਨ। ਗੁਰੂ ਮਹਾਰਾਜ ਜੀ ਇਸ ਸਮਾਗਮ ਦੀ ਰਹਿਨੁਮਾਈ ਕਰ ਰਹੇ ਹਨ। ਤਖਤ ਸਿੰਘਾਸਨ 'ਤੇ ਬਿਰਾਜਮਾਨ ਹੋ ਕੇ ਸੰਗਤ ਇਸ ਤਰ੍ਹਾਂ ਸਜੀ ਹੈ। ਮਕਾਮੀ ਜਥਿਆਂ ਨੇ ਕੀਰਤਨ ਕੀਤਾ, ਬਹੁਤ ਸੁਰੀਲਾ ਕੀਰਤਨ ਸੁਚੱਜੇ ਢੰਗ ਨਾਲ। ਉਪਰੰਤ ਗਿਆਨੀ ਜੀ ਹੋਰਾਂ ਨੇ ਵਿਚਾਰਾਂ ਪੇਸ਼ ਕੀਤੀਆਂ। ਦਾਸ ਕੀਰਤਨ ਦੀ ਹਾਜ਼ਰੀ ਭਰ ਰਹੇ ਹਨ। ਵਿਚਾਰ ਬੜੀ ਛੋਟੀ ਜਿਹੀ ਵਿਚਾਰ ਹੈ, ਪਰ ਬੜੀ ਉੱਤਮ ਵਿਚਾਰ ਹੈ। ਕਬੀਰ ਸਾਹਿਬ ਦਾ ਸ਼ਬਦ ਗਾਇਨ ਕੀਤਾ। ਜਿਵੇਂ ਰਹਾਉ ਦੀ ਪੰਕਤੀ ਹੈ, ਜਿਸ ਤਰ੍ਹਾਂ ਕਿਸੇ ਬੱਚੇ ਨੂੰ ਕੋਈ ਕੰਮ ਕਿਹਾ ਜਾਵੇ ਬਈ ਆਹ ਕੰਮ ਜ਼ਰੂਰੀ ਕਰਨਾ ਹੈ, ਉਹ ਕਹਿੰਦਾ ਹੈ ਠੀਕ ਹੈ ਜੀ। ਫਿਰ ਥੋੜ੍ਹੀ ਦੇਰ ਬਾਅਦ ਉਸ ਨੂੰ ਰਿਮਾਈਂਡਰ ਦਿੱਤਾ ਜਾਂਦਾ ਹੈ ਵੀ ਬੇਟਾ ਇਹ ਕੰਮ ਜ਼ਰੂਰੀ ਹੈ, ਇਹ ਯਾਦ ਨਾਲ ਕਰਨਾ ਹੈ। ਬੱਚਾ ਕਹਿ ਦੇਵੇ ਠੀਕ ਹੈ। ਫਿਰ ਜਦੋਂ ਬੱਚਾ ਕੰਮ ਕਰਨ ਲਈ ਬਾਹਰ ਜਾਣ ਲੱਗੇ, ਉਦੋਂ ਫਿਰ ਇੱਕ ਵਾਰੀ ਕਿਹਾ ਜਾਂਦਾ ਬੇਟਾ ਧਿਆਨ ਰੱਖੀ, ਭੁੱਲ ਨਾ ਜਾਈਂ, ਇਹ ਜ਼ਰੂਰੀ ਕੰਮ ਹੈ, ਇਹ ਜ਼ਰੂਰ ਕਰਨਾ ਹੈ। ਬਿਲਕੁਲ ਇਹੀ ਭਾਵ ਕਬੀਰ ਸਾਹਿਬ ਜਿਵੇਂ ਇੱਕ ਬੱਚੇ ਨੂੰ ਸਮਝਾਈਦਾ ਨਾ, ਐਵੇਂ ਸਾਨੂੰ ਸਮਝਾ ਰਹੇ ਹਨ। ਕਬੀਰ ਸਾਹਿਬ ਕਹਿੰਦੇ ਭਜੋ ਗੋਬਿੰਦ, ਆਹ ਕੰਮ ਹੈ, ਭੁੱਲ ਮਤ ਜਾਓ। ਜਿਵੇਂ ਬੱਚੇ ਨੂੰ ਕਹਿੰਦਾ ਬੇਟਾ ਭੁੱਲ ਨਾ ਜਾਇਓ, ਬਿਲਕੁਲ ਉਹੀ ਵਿਚਾਰ ਭਜੋ ਗੋਬਿੰਦ। ਰਹਾਉ ਦੀ ਪੰਕਤੀ ਹੈ, ਸ਼ਬਦ ਮੇਰਾ ਹੈ, ਪਰ ਰਹਾਉ ਦੀ ਪੰਕਤੀ ਭਜੋ ਗੋਬਿੰਦ, ਭੁੱਲ ਮਤ ਜਾਓ, ਨਾ ਭੁੱਲੀ। ਹੁਣ ਕਿਉਂ ਇਹ ਕਾਰਜ ਜ਼ਰੂਰੀ ਹੈ, ਕਿਉਂ ਨਾ ਭੁੱਲੇ? ਕਿਉਂਕਿ ਮਾਨਸ ਜਨਮ ਕਾ ਇਹੀ ਲਾਹੋ, ਇਸ ਮਨੁੱਖਾ ਜਨਮ ਦਾ ਇਹੀ ਪ੍ਰੋਫਿਟ ਹੈ, ਇਹੀ ਲਾਹਾ ਹੈ। ਪਰ ਸ਼ੁਰੂਆਤ ਕਬੀਰ ਸਾਹਿਬ ਬਿਲਕੁਲ ਮੁੱਢ ਤੋਂ ਕਰਦੇ ਹਨ। ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਹ ਬਹੁਤ ਮਿਹਨਤ ਦੇ ਨਾਲ ਇਹ ਮਨੁੱਖਾ ਦੇਹੀ ਮਿਲੀ। ਇਹ ਉਹ ਦੇਹੀ ਹੈ ਬੇਟਾ ਜਿਹਨੂੰ ਦੇਵਤੇ ਵੀ ਲੋਚਦੇ ਹਨ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ, ਇਹ ਉਪਦੇਸ਼ ਹੈ। ਤੇ ਅਲਰਟ ਕਰਨ ਵਾਸਤੇ ਕੀ ਹੈ? ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਸਮਝਾਉਂਦੇ ਸਮਝਾਉਂਦੇ ਸ਼ਬਦ ਅਖੀਰਲੀ ਤੁਕ ਵਿੱਚ ਕਬੀਰ ਸਾਹਿਬ ਕਹਿੰਦੇ ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ। ਬੇਟਾ ਇਹੀ ਤੇਰੀ ਅਪੋਰਚੁਨਿਟੀ ਮਿਲੀ ਹੈ, ਤੈਨੂੰ ਚਾਂਸ ਮਿਲਿਆ ਹੈ। ਘੱਟ ਭੀਤਰ ਤੂੰ ਦੇਖ ਵਿਚਾਰ, ਆਪਣੇ ਅੰਦਰ ਵਿਚਾਰ ਕਰ। ਇਹ ਸਮਾਂ ਮਿਲਿਆ ਹੈ ਤੈਨੂੰ, ਲਿਮਟਿਡ ਸਮਾਂ ਹੈ, ਔਰ ਆਪਣੇ ਅੰਦਰ ਵਿਚਾਰ ਕਰ ਇਸ ਗੱਲ ਦੀ। ਤੈਨੂੰ ਆਪਸ਼ਨ ਹੈ, ਤੈਨੂੰ ਮਜਬੂਰੀ ਕੋਈ ਨਹੀਂ। ਤੂੰ ਬਾਜ਼ੀ ਜਿੱਤ ਜਾ ਜੀਵਨ ਦੀ, ਭਾਵੇਂ ਹਾਰ ਜਾ, ਇਹ ਤੇਰੀ ਮਰਜ਼ੀ ਹੈ, ਕੋਈ ਜ਼ਬਰਦਸਤੀ ਨਹੀਂ। ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ। ਘੱਟ ਭੀਤਰ ਤੂੰ ਦੇਖ ਵਿਚਾਰ, ਕਹਿਤ ਕਬੀਰ ਜੀਤ ਕੇ ਹਾਰ। ਚਾਹੇ ਜਿੱਤ ਭਾਵੇਂ ਹਾਰ। ਪਰ ਬੇਟਾ ਬਾਅਦ ਵਿੱਚ ਨਾ ਕਹੀਂ, ਤੈਨੂੰ ਦੱਸਿਆ ਨਹੀਂ, ਕਹਿੰਦੇ ਬਹੁ ਬਿਦ ਕਹਿਓ ਪੁਕਾਰ ਪੁਕਾਰ। ਪੁਕਾਰ ਪੁਕਾਰ ਕੇ ਬਹੁਤ ਤਰੀਕਿਆਂ ਨਾਲ ਮੈਂ ਤੈਨੂੰ ਦੱਸਣ ਦਾ ਯਤਨ ਕੀਤਾ। ਧਰਮ ਦੇ ਕਾਰਜ ਜਿੰਨੇ ਵੀ ਹਨ, ਇਹ ਸਮਝ ਲਓ ਸਾਨੂੰ ਅਲਰਟ ਕਰ ਰਹੇ ਹਨ। ਜਿਤਨੇ ਸਮਾਗਮ ਹੋ ਰਹੇ ਹਨ, ਇਹ ਨਾ ਸਾਧ ਸੰਗਤ ਜੀ ਸੋਚ ਕੇ ਜਾਈਏ ਵੀ ਕਿਸੇ ਦੇ ਮੂੰਹ ਨੂੰ ਚੱਲੇ ਹਾਂ, ਉੱਥੇ ਮੱਥਾ ਟੇਕ ਆਈਏ, ਜਾਂ ਉੱਥੇ ਵੀ ਭੋਗ ਪਿਆ ਰਿਹਾ ਹੈ ਉੱਥੇ ਹੀ ਮੱਥਾ ਟੇਕ ਆਈਏ। ਸਿਰਫ ਇੱਥੇ ਤੱਕ ਹੀ ਬਿਰਤੀ ਨਾ ਰਹਿ ਜਾਏ। ਇਹ ਇੱਕ ਅਲਾਰਮ ਵੱਜਦਾ ਹੈ, ਇੱਕ ਘੜਿਆਲ ਵਾਂਗੂ ਅਲਾਰਮ ਵੱਜਦਾ ਹੈ, ਸਾਨੂੰ ਸਮਝਾ ਰਿਹਾ ਹੈ, ਵਾਰ-ਵਾਰ ਸਮਝਾ ਰਿਹਾ ਹੈ। ਗੱਲ ਬੜੀ ਕਮਾਲ ਦੀ ਹੈ।
ਦੇਖੋ ਸਾਡਾ ਬੱਚਾ ਸਾਡਾ ਕਹਿਣਾ ਇੱਕ ਵਾਰ ਨਾ ਮੰਨੇ, 2 ਵਾਰ ਨਾ ਮੰਨੇ, 3 ਵਾਰ ਨਾ ਮੰਨੇ, ਸਾਨੂੰ ਗੁੱਸਾ ਆ ਜਾਂਦਾ ਹੈ। ਅਸੀਂ ਉਸ ਨੂੰ ਫਿਰ ਬੁਰਾ ਭਲਾ ਕਹਿਣਾ ਸ਼ੁਰੂ ਕਰਦੇ ਹਾਂ। ਅਗਰ ਸਾਰੀ ਉਮਰ ਨਾ ਮੰਨੇ, ਅਸੀਂ ਜਾਇਦਾਦ ਤੋਂ ਬੇਦਖਲ ਵੀ ਕਰ ਦਿੰਦੇ ਹਾਂ ਵੀ ਮੇਰਾ ਕਹਿਣਾ ਹੀ ਨਹੀਂ ਮੰਨਦਾ। ਪਰ ਕਹਿੰਦੇ ਅਸੀਂ ਜਨਮਾਂ ਤੋਂ ਪਰਮਾਤਮਾ ਦਾ ਕਹਿਣਾ ਨਹੀਂ ਮੰਨ ਰਹੇ, ਪਰ ਪਰਮਾਤਮਾ ਨੂੰ ਸਾਡੇ ਤੋਂ ਅਜੇ ਵੀ ਆਸ ਹੈ, ਅਜੇ ਵੀ ਆਸ ਹੈ। ਐਵਰੀ ਨਿਊ ਬੋਰਨ ਚਾਈਲਡ ਕਮਸ ਵਿਦ ਅ ਡਿਵਾਈਨ ਮੈਸੇਜ। ਬੱਚਾ ਜੰਮਦਾ ਹੈ ਨਾ ਜਦੋਂ, ਕਹਿੰਦੇ ਹਰ ਇੱਕ ਨਵਾਂ ਜੰਮਿਆ ਬੱਚਾ ਇੱਕ ਪਰਮਾਤਮਾ ਵੱਲੋਂ ਇੱਕ ਮੈਸੇਜ ਲੈ ਕੇ ਆਉਂਦਾ ਹੈ, ਇੱਕ ਸੰਦੇਸ਼ ਲੈ ਕੇ ਆਉਂਦਾ ਹੈ, ਇੱਕ ਸੰਦੇਸ਼ਾ। ਕੀ ਸੰਦੇਸ਼ਾ ਹੈ? every new born child comes with a divine message ਅਗੰਮੀ ਪੈਗਾਮ ਲੈ ਕੇ ਆਉਂਦਾ ਹੈ ਕਿ that God is still not disappointed with the man। ਅਜੇ ਰੱਬ ਤੇਰੇ ਤੋਂ ਨਿਰਾਸ਼ ਨਹੀਂ ਹੋਇਆ। ਅਜੇ ਉਹਨੂੰ ਉਮੀਦ ਹੈ ਮੈਂ ਬੱਚੇ ਨੂੰ ਭੇਜਿਆ ਹੈ, ਉਹ ਜਿਹੜਾ ਅਸਲੀ ਕਾਰਜ ਕਰਨਾ ਹੈ ਉਹ ਕਰਕੇ ਮੇਰੀ ਦਰਗਾਹ ਵਿੱਚ ਵਾਪਸ ਆਏਗਾ, ਆਪਣੀ ਚਾਦਰ ਸਫੇਦ ਲੈ ਕੇ ਆਏਗਾ। ਜਿਵੇਂ ਦੀ ਚਾਦਰ ਦੇ ਕੇ ਮੈਂ ਭੇਜਿਆ ਹੈ, ਕੋਈ ਦਾਗ ਨਹੀਂ ਲਾਏਗਾ, ਸਫੇਦ ਚਾਦਰ ਵਾਪਸ ਲੈ ਕੇ ਆਏਗਾ, ਮੇਰੇ ਕੋਲ ਆਏਗਾ। ਇਹ ਬਾਣੀ 'ਚ ਜਿੱਥੇ ਵੀ ਜਾਈਏ, ਜਿੱਥੇ ਵੀ ਸ਼ਬਦ ਕੀਰਤਨ ਹੋਵੇ, ਕਥਾ ਹੋਵੇ, ਕੋਈ ਪੁਰਸ਼, ਕੋਈ ਗਿਆਨੀ ਲੋਕ ਵਿਚਾਰ ਕਰ ਰਹੇ ਹੋਣ, ਧਰਮ ਦੀ ਗੱਲ ਹੋਣੀ ਚਾਹੀਦੀ ਹੈ, ਉਹ ਸਾਡੇ ਲਈ ਅਲਾਰਮ ਹੈ। ਹੁਣ ਮੌਕਾ ਵੇਖੋ ਹੈ, ਹੁਣ ਇੱਥੇ ਭੋਗ ਦੀ ਅਰਦਾਸ ਹੈ ਅਤੇ ਆਪਾਂ ਸਾਰੇ ਆਰਾਮ ਨਾਲ ਬੈਠੇ ਹਾਂ ਟਿਕ ਕੇ। ਇਹੀ ਕਿਤੇ ਪੰਡਾਲ ਵਿੱਚ ਕੋਈ ਵਿਆਹ ਦੀ ਕਰਕੇ ਪਾਰਟੀ ਹੁੰਦੀ ਅਤੇ ਐਨੀ ਉੱਚੀ ਉੱਚੀ ਮਿਊਜ਼ਿਕ ਵੱਜਣਾ ਸੀ, ਇੱਕ ਦੂਜੇ ਦੀ ਗੱਲ ਨਹੀਂ ਸੀ ਸਾਨੂੰ ਸੁਣਨੀ। ਅੱਜ ਹੁਣ ਅਸੀਂ ਚੁੱਪ ਕਰਕੇ ਬੈਠੇ ਹਾਂ, ਕਿਉਂ? ਇਹ ਵੀ ਇੱਕ ਅਲਾਰਮ ਹੈ। ਜਦੋਂ ਅਸੀਂ ਸਾਹਮਣੇ ਫੋਟੋ ਵੇਖਦੇ ਹਾਂ ਮਾਤਾ ਜੀ ਦੀ, ਹੱਦ ਹੋ ਗਈ। ਪਿਛਲੇ ਦਿਨੀ ਅਸੀਂ ਸਾਰੇ ਮਿਲਦੇ ਪਏ ਹਾਂ ਅਤੇ ਅੱਜ ਕੀ ਕਾਰਨ ਬਣ ਗਿਆ ਹੈ? ਫੋਟੋ ਲੱਗ ਗਈ ਹੈ ਅਤੇ ਹਾਰ ਪੈ ਗਏ ਹਨ, ਅਰਦਾਸ ਹੋਣ ਲੱਗੀ ਹੈ, ਜੀਵਨ ਸਮਾਪਤ ਹੋ ਗਿਆ ਹੈ, ਜੀਵਨ ਗੁਜ਼ਰ ਗਿਆ। ਦਰਅਸਲ ਸਾਨੂੰ ਜਦੋਂ ਮੇਰੇ ਬਜ਼ੁਰਗ ਬੈਠੇ ਹਨ, ਅਸੀਂ ਕਹਿੰਦੇ ਨਾ ਬਜ਼ੁਰਗ ਬਹੁਤ ਸਿਆਣੇ ਹਨ, ਐਕਸਪੀਰੀਅੰਸਡ ਹਨ। ਉਹ ਸਿਆਣੇ ਐਵੇਂ ਥੋੜ੍ਹੀ ਬਣ ਗਏ, ਜ਼ਿੰਦਗੀ ਵਿੱਚ ਧੱਕੇ ਖਾ ਖਾ ਕੇ, ਐਕਸਪੀਰੀਅੰਸ ਲੈ ਲੈ ਕੇ, ਅਨੁਭਵ ਲੈ ਲੈ ਕੇ ਹੁਣ ਸਿਆਣੇ ਹੋ ਗਏ ਹਨ। ਹੁਣ ਸਿਆਣੇ ਹੋ ਗਏ ਹਨ ਇਸ ਵਾਸਤੇ ਕਿ ਅਗਲੀ ਜਨਰੇਸ਼ਨ ਉਹਨਾਂ ਨੂੰ ਪੁੱਛ ਕੇ ਕੋਈ ਕੰਮ ਕਰ ਲਵੇ। ਪਰ ਅਗਲੀ ਜਨਰੇਸ਼ਨ ਕਹਿੰਦੀ ਨਹੀਂ, ਤੁਹਾਡਾ ਸਮਾਂ ਲੰਘ ਗਿਆ, ਤੁਸੀਂ ਪੁਰਾਣੀਆਂ ਗੱਲਾਂ ਕਰਦੇ ਹੋ, ਸਾਡਾ ਨਵਾਂ ਸਮਾਂ ਹੈ। ਇਹ ਬੜੀ ਤਰਾਸਦੀ ਹੈ। ਅਤੇ ਇਹ ਤਰਾਸਦੀ ਹੈ, ਇੱਕ ਛੋਟਾ ਬੱਚਾ ਆਪਣੇ ਪਿਤਾ ਦੀ ਤਾਰੀਫ ਕਰਦਾ ਹੈ, ਬਹੁਤ ਛੋਟਾ ਬੱਚਾ, 5 ਸਾਲ 10 ਸਾਲ ਦਾ ਹੋਵੇ। ਕਦੀ ਬੱਚਿਆਂ ਨੂੰ ਗੱਲ ਕਰਦੇ ਵੇਖੋ, ਉਹ ਕਹਿੰਦੇ ਹਨ ਮੇਰੇ ਪਾਪਾ ਸਭ ਤੋਂ ਜ਼ਿਆਦਾ ਤਾਕਤਵਰ ਨੇ। ਪਤਾ ਨਹੀਂ ਕੁਛ ਵੀ ਦੁਨੀਆ ਦਾ ਉਹਨਾਂ ਨੂੰ। ਬੱਚਿਆਂ ਦੀਆਂ ਆਪਸ 'ਚ ਗੱਲਾਂ ਹੁੰਦੀਆਂ। 5-10 ਸਾਲ ਦਾ ਬੱਚਾ, ਅਜੇ ਬਾਹਰ ਦੀ ਕਾਲਖ ਨਹੀਂ ਚੜ੍ਹੀ ਹੁੰਦੀ ਉਸਨੂੰ, ਤੇਰ ਮੇਰ ਦੀ ਗੱਲ ਨਹੀਂ ਹੁੰਦੀ, ਅਜੇ ਝੂਠ ਨਹੀਂ ਬੋਲਦਾ, ਜੋ ਮਨ 'ਚ ਗੱਲ ਹੈ ਸਿੱਧੀ ਗੱਲ ਕਰਦੇ ਹਨ ਬੱਚੇ। ਬੱਚਿਆਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। 5-10 ਸਾਲ ਦਾ ਬੱਚਾ ਕਹਿੰਦਾ ਹੈ ਮੇਰਾ ਪਿਤਾ ਸਭ ਤੋਂ ਜ਼ਿਆਦਾ ਤਾਕਤਵਰ ਹੈ। 15 ਸਾਲ ਦਾ ਬੱਚਾ ਕਹਿੰਦਾ ਮੇਰਾ ਪਿਤਾ ਸਭ ਤੋਂ ਸਿਆਣਾ ਹੈ, ਮੈਂ ਹਰ ਕੰਮ ਉਸ ਨੂੰ ਪੁੱਛ ਕੇ ਕਰਾਂਗਾ। 20-25 ਸਾਲ ਦਾ ਹੁੰਦਾ ਹੈ, ਕਹਿੰਦਾ ਨਹੀਂ, ਬਹੁਤ ਕੁਝ ਹੈ ਜੋ ਮੇਰੇ ਪਿਤਾ ਨੂੰ ਨਹੀਂ ਪਤਾ। ਹੁਣ ਬਾਹਰਲੀ ਕਾਲਖ ਚੜ੍ਹਨੀ ਸ਼ੁਰੂ ਹੋ ਗਈ। ਬਹੁਤ ਕੁਝ ਹੈ ਜੋ ਮੇਰੇ ਪਿਤਾ ਨੂੰ ਨਹੀਂ ਪਤਾ। ਮੇਰੇ ਦੋਸਤ ਦੇ ਪਿਤਾ ਨੇ ਬੜੇ ਸਿਆਣੇ ਹਨ, ਧਿਆਨ ਬਾਹਰ ਚਲਾ ਗਿਆ ਹੈ। 35-40 ਸਾਲ ਦਾ ਹੋਇਆ, ਜ਼ਿੰਮੇਦਾਰੀਆਂ ਪੈ ਗਈਆਂ, ਉਦੋਂ ਪਛਤਾਉਂਦਾ ਹੈ, ਤੜਫਦਾ ਹੈ, ਕਿਉਂਕਿ ਆਪਣੇ ਉੱਪਰ ਬੋਝ ਪੈ ਗਿਆ। ਪਰ ਪਿਤਾ ਨੂੰ ਅਜੇ ਵੀ ਨਹੀਂ ਪੁੱਛਦਾ। 40-50 ਸਾਲ ਦਾ ਹੋ ਜਾਂਦਾ ਹੈ, ਹੁਣ ਜ਼ਿੰਮੇਦਾਰੀਆਂ, ਬੱਚੇ ਅੱਗੋਂ ਵਿਆਹਣ ਵਾਲੇ ਹੋ ਗਏ, ਹੋਰ ਤਰ੍ਹਾਂ ਦੀ ਜ਼ਿੰਮੇਦਾਰੀਆਂ ਹੋ ਗਈਆਂ। ਪਹਿਲੇ ਤਾਂ ਬੱਚੇ ਨੂੰ ਪਾਲਣ ਪੋਸ਼ਣ ਕਰਨ ਦੀ ਜ਼ਿੰਮੇਦਾਰੀ, ਲੇਕਿਨ ਬੱਚਾ ਜਦੋਂ ਵੱਡਾ ਹੋ ਜਾਵੇ, ਬਹੁਤ ਵੱਡੀ ਜ਼ਿੰਮੇਦਾਰੀ ਬੱਚਿਆਂ ਦੇ ਯੋਗ ਵਰ ਲੱਭ ਕੇ ਉਹਨਾਂ ਨੂੰ ਸੈਟਲ ਕਰਨ ਦੀ। ਉਦੋਂ ਜਦੋਂ ਕੋਈ ਘਰ ਦੋਸਤ ਮਿੱਤਰ ਆ ਜਾਵੇ, ਹੈਰਾਨੀ ਦੀ ਗੱਲ ਹੈ, ਇਹ ਬਿਲਕੁਲ ਸੱਚੀ ਗੱਲ, ਅੱਜ ਦਾ ਸਮਾਜ ਕਿੰਨਾ ਨੀਵਾਂ ਗਿਰ ਗਿਆ ਹੈ। ਮਾਤਾ ਪਿਤਾ ਨੂੰ ਉਹ ਕਹਿ ਦਿੰਦੇ ਹਨ ਵੀ ਤੁਸੀਂ ਦੂਸਰੇ ਕਮਰੇ ਚਲੇ ਜਾਓ, ਸਾਡੇ ਦੋਸਤ ਆ ਰਹੇ ਹਨ। ਅਤੇ ਜੇ ਕਿਤੇ ਦੋਸਤ ਸਾਹਮਣੇ ਹੋ ਵੀ ਜਾਣ ਅਤੇ ਆਪਣੇ ਦੋਸਤਾਂ ਨੂੰ ਬੱਚੇ ਕਹਿੰਦੇ ਸੁਣੇ ਹਨ ਵੀ ਮੇਰਾ ਪਿਤਾ ਜੋ ਹੈ ਇਹ ਪੁਰਾਣੀਆਂ ਗੱਲਾਂ ਕਰਦਾ ਹੈ, ਇਹਦੇ ਦਿਮਾਗ 'ਚ ਨੁਕਸ ਹੈ, ਅਗਰ ਕੋਈ ਗੱਲ ਕਹਿ ਦੇਵੇ ਬੁਰਾ ਨਾ ਮਨਾਇਓ। ਇੱਥੋਂ ਤੱਕ ਸਮਾਜ ਚਲਾ ਗਿਆ ਹੈ। ਮਾਤਾ ਪਿਤਾ ਨੂੰ ਅਸੀਂ ਬੁਰਾ ਕਹਿ ਦਿੰਦੇ ਹਾਂ ਆਪਣੇ ਸਰਕਲ ਦੋਸਤ ਯਾਰੀ ਵਿੱਚ। ਪਰ ਜਦੋਂ 60-65 ਸਾਲ ਦੇ ਹੋ ਕੇ ਜ਼ਿੰਮੇਦਾਰੀਆਂ ਘੇਰ ਲੈਂਦੀਆਂ ਹਨ,
ਉਦੋਂ ਦਿਮਾਗ 'ਚ ਆਉਂਦਾ ਕਿ ਨਹੀਂ, ਮੇਰੇ ਪਿਤਾ ਨੂੰ ਤਾਂ ਸਭ ਕੁਝ ਪਤਾ ਹੈ, ਮੈਨੂੰ ਸਾਰੇ ਕੰਮ ਉਸ ਨੂੰ ਪੁੱਛ ਕੇ ਕਰਨੇ ਚਾਹੀਦੇ ਹਨ। ਜਦੋਂ ਇਹ ਗਿਆਨ ਆਉਂਦਾ ਹੈ, ਜਦੋਂ ਇਹ ਸੋਝੀ ਆਉਂਦੀ ਹੈ, ਉਦੋਂ ਪਿਤਾ ਮਾਤਾ ਗਏ, ਚਲੇ ਗਏ। ਹੁਣ ਇੱਕ ਯੁੱਗ ਖਤਮ ਹੋ ਗਿਆ, ਇੱਕ ਫੇਜ਼ ਖਤਮ ਹੋ ਗਿਆ। ਉਦੋਂ ਬੰਦਾ ਕਹਿੰਦਾ ਹੈ ਕਿ ਮੈਨੂੰ ਆਪਣੇ ਮਾਤਾ ਪਿਤਾ ਤੋਂ ਪੁੱਛ ਕੇ ਕੰਮ ਕਰਨੇ ਚਾਹੀਦੇ ਸਨ, ਕਿਉਂਕਿ ਉਹਨਾਂ ਨੂੰ ਐਕਸਪੀਰੀਅੰਸ ਹੈ। ਪਰ ਹੁਣ ਮਾਤਾ ਪਿਤਾ ਨਹੀਂ ਰਹੇ। ਬੰਦਾ ਸੋਚਦਾ ਹੁਣ ਮੈਨੂੰ ਸੋਝੀ ਹੋ ਗਈ, ਮੈਂ ਸਿਆਣਾ ਹੋ ਗਿਆ, ਹੁਣ ਮੈਂ ਆਪਣੇ ਬੱਚਿਆਂ ਨੂੰ ਦੱਸ ਦੇਵਾਂਗਾ। ਪਰ ਬੇਟਾ, ਜੋ ਤੂੰ ਕਰ ਕੀਤਾ ਨਾ ਬਚਪਨ 'ਚ, ਤੈਨੂੰ ਸੋਝੀ ਆ ਗਈ, ਪਰ ਤੇਰੀ ਅਗਲੀ ਪੀੜ੍ਹੀ ਤਿਆਰ ਹੋ ਗਈ ਤੈਨੂੰ ਕਹਿਣ ਵਾਸਤੇ ਵੀ ਤੈਨੂੰ ਕੁਛ ਨਹੀਂ ਪਤਾ, ਸਾਡਾ ਨਵਾਂ ਜ਼ਮਾਨਾ ਹੈ। ਇਹ ਤਰਾਸਦੀ ਹੈ। ਬਜ਼ੁਰਗ ਘਰ ਜੋ ਬੈਠੇ ਹਨ, ਉਹਨਾਂ ਦੀ ਇੱਜ਼ਤ ਕਰੀਏ, ਸਤਿਕਾਰ ਕਰੀਏ, ਉਹਨਾਂ ਦੇ ਨਾਲ ਸਮਾਂ ਬਿਤਾਈਏ, ਤਾਂ ਕਿ ਬਾਅਦ ਵਿੱਚ ਪਛਤਾਵਾ ਨਾ ਹੋਵੇ। ਕੀ ਕਾਰਨ ਬਣਿਆ ਕਿ ਸਾਹਮਣੇ ਫੋਟੋ ਲੱਗ ਗਈ ਮਾਤਾ ਜੀ ਦੀ। ਅਜੇ ਪਿਛਲੇ ਮਹੀਨੇ ਹੀ ਅਸੀਂ ਹੋ ਕੇ ਗਏ ਹਾਂ, ਜਾਂ ਤੁਸੀਂ ਸਮਾਜ ਤੌਰ 'ਤੇ ਵਿਚਰਦੇ ਹੋ, ਸਾਰਿਆਂ ਨੇ ਦੇਖੇ, ਚਾਹੇ ਵੀਲ ਚੇਅਰ 'ਤੇ ਸਨ, ਪਰ ਜੋ ਚੰਗੀਆਂ ਭਲੀਆਂ ਗੱਲਾਂ ਕਰਦੇ ਸਨ। ਲੇਕਿਨ ਜੀਵਨ ਲੀਲਾ ਸਮਾਪਤ ਹੋ ਗਈ। ਜੀਵਨ ਗੁਜ਼ਰ ਗਿਆ ਤਾਂ ਜੀਨੇ ਕਾ ਢੰਗ ਆਇਆ। ਜਦੋਂ ਢੰਗ ਆਇਆ ਨਾ, ਜੀਵਨ ਖਤਮ ਹੋ ਗਿਆ, ਨਾ ਕੋਈ ਅੱਗੋਂ ਮੰਨਣ ਵਾਲਾ ਰਹਿ ਗਿਆ। जीवन गुजर गया तो जीने का ढंग आया। शम्मा बुझ चुकी थी जब महफिल ने रंग लाया। गाड़ी निकल चुकी थी, गाड़ी निकल चुकी थी जब घर से चला मुसाफिर। हाथ मलते मलते वापस बरंग आया। मन की मशीनरी ने तब काम करना सीखा जब बूढ़े जिस्म के पुर्जा पुर्जा में जंग आया। तेरी जिंदगी ने गाफिल हथियार फेंक डाले, यमराज फौज लेके जब करने जंग आया। कमाल का शेर लिखा है कवि ने। फुरसत के वक्त में न सिमरन का वक्त निकला। जदों फुरसत सी ना, समा सी, कर सकते सी, उदों तो क्या नहीं, ये तो काम बुढ़े होके करांगे। अजे होर बड़ियां जिम्मेदारियां हन, बहुत जिम्मेदारियां निभाउण वालियां हन, तो कोई कहता थोड़ी कुछ है, निभाओ जिम्मेदारियां। पर समा जो तुहाडे अपने वास्ते सी असली, हो गया। फुरसत के वक्त में ना सिमरन का वक्त निकला। उस वक्त वक्त मांगा जब वक्त तंग आया। जदों मौत नेड़े आ गई ना, उदों बंदा अरदासां करदा है, प्रभु थोड़ा जिहा होर समा दे दे, मैं हुण अमृत छक लवांगा, हुण मैं तेरी संगत करांगा। भी 80 85 90 साल तैनूं चेता नहीं आया, हुण की तू करेंगा? उदों पछतावा है। कबीर साहब कहते यही तेरा अवसर, यही तेरी बार, घट भीतर तू देख विचार। कहत कबीर जीत के हार, चाहे जित भावें हार, बहु बिद कहो पुकार पुकार। ये बाजी क्यों कहते हैं जीवन की? क्योंकि शब्द आपने सरवण किया है सारिया ने। गुरमुख लाहा लै गए, मनमुख चले मूल गवाए जियो। फर्क है। आना साडा सब दा इक्को जिहा है, माँ के गर्भ चों निकल के जन्म साडा सब दा इक्को जिहा हुंदा है, पर जाना इक्को जिहा नहीं हुंदा। बहुत सारे बंदे समाज में चंगा काम करके जाते हैं, दुनिया याद करती है। बहुत सारे इहो जिहे हुंदे हैं, दुनिया कहती शुक्र है चला गया, शुक्र है चला गया। कोई जीवन का हल मकसद हल करके जाते हैं, कोई जीवन का मकसद ही भुल जाते हैं। कोई भुल गया मकसद आवन का, तो कोई करके मकसद हल चलिया। कबीर साहब कहते सब इकट्ठे होए आया। बिल्कुल इको तरह से आए हैं सारे, सब का जन्म इको जिहा है, लेकिन मरण इको जिहा नहीं। सब इकट्ठे होए आया, घर जासन वाट वटाया। रस्ते वंडे गए। तुसी सारे बिजनेसमैन बैठे हो, तकरीबन तकरीबन फार्मर भी बैठे हो। अपने बच्चे नूं तुसी पैसा ला के, कैपिटल पूंजी ला के काम खोल दिओ। जे ते वो वधिया होएगा तो प्रॉफिट भी लैके आएगा, जे वधिया ना होएगा, प्रॉफिट नहीं आएगा, घट्टो घट पूंजी तो बचा के रखेगा। तो जे बिल्कुल निकम्मा होएगा, तुहाडी पूंजी भी जुआड़ देगा, मूलों खत्म ही कर देगा। गुरु साहब कहते गुरमुख लाहा लै गए, मनमुख चले मूल। पूंजी जिहड़ी लाई सी वो भी गई, खटिया कुछ भी नहीं, जिहड़ी पूंजी लगी वो भी गई। हुण उन्हां दा रस्ता होर है, तो जिहड़े खट के गए उन्हां दा रस्ता होर है।
ਇਹ ਅਸੀਂ ਰਸਤਾ ਚੁਣਨਾ। ਕਬੀਰ ਸਾਹਿਬ ਕਹਿੰਦੇ ਕੋਈ ਜ਼ਬਰਦਸਤੀ ਨਹੀਂ, ਇਹ ਤੂੰ ਹੁਣ ਵੇਖ ਲੈ ਜਿੱਤਣਾ ਕਿ ਹਾਰਨਾ, ਇਹ ਤੇਰੀ ਮਰਜ਼ੀ। ਪਰ ਇਹ ਨਾ ਬਾਅਦ ਵਿੱਚ ਕहीं ਤੈਨੂੰ ਦੱਸਿਆ ਨਹੀਂ, ਤੈਨੂੰ ਦੱਸਿਆ ਬੜੇ ਤਰੀਕਿਆਂ ਦੇ ਨਾਲ, ਅਲੱਗ-ਅਲੱਗ ਵਿਧੀ ਦੇ ਨਾਲ, ਪੁਕਾਰ ਕੇ ਦੱਸਿਆ ਹੈ ਤੈਨੂੰ। ਪਰ ਫਰੀਦ ਸਾਹਿਬ ਨਾ ਇਸ ਗੱਲ ਦਾ ਸ਼ਿਕਵਾ ਕਰਦੇ ਹਨ। ਫਰੀਦ ਸਾਹਿਬ ਕਹਿੰਦੇ ਜਦੋਂ ਪ੍ਰਮਾਤਮਾ ਨੇ ਇਨਸਾਨ ਨੂੰ ਬਣਾਉਣਾ ਸੀ ਨਾ, ਸਾਰੀਆਂ ਸਪੀਸ਼ੀਜ਼ ਬਣਾ ਕੇ, ਜਾਤੀਆਂ ਪ੍ਰਜਾਤੀਆਂ ਬਣਾ ਕੇ ਜਦੋਂ ਇਨਸਾਨ ਨੂੰ ਬਣਾਇਆ, ਉਹਨੂੰ ਕਿਹਾ ਮਾਤਲੋਕ ਵਿੱਚ ਚੱਲ। ਤੇ ਜਦੋਂ ਥੱਲੇ ਕਹਿੰਦੇ ਆ ਰਿਹਾ ਸੀ ਨਾ, ਰਸਤੇ ਵਿੱਚ ਸ਼ੈਤਾਨ ਮਿਲ ਗਿਆ। ਉਹਨੂੰ ਪਤਾ ਚੱਲਿਆ ਵੀ ਇਹ ਸਿਰਮੌਰ ਕ੍ਰੀਏਸ਼ਨ ਹੋਈ ਹੈ। ਸ਼ੈਤਾਨ ਨੇ ਉਹਦੇ ਕੰਨ ਵਿੱਚ ਫੂਕ ਮਾਰ ਦਿੱਤੀ ਵੀ ਤੂੰ ਤੇ ਸਭ ਦਾ ਸਰਦਾਰ ਹੈ, ਸਿਰਮੌਰ ਹੈ, ਮਨੁੱਖਾ ਜੀਵਨ ਸਭ ਦਾ ਸਿਰਮੌਰ ਹੈ। ਉਦੋਂ ਦੀ ਉਹਦੇ ਕੰਨ ਵਿੱਚ ਇਹੋ ਜਿਹੀ ਤਾਰੀਫ ਵੱਜੀ, ਕਹਿੰਦੇ ਇਨਸਾਨ ਦੇ ਅੱਜ ਤੱਕ ਆਕੜਿਆ ਫਿਰਦਾ ਹੈ, ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ ਤੇ ਦੂਜੇ ਨੂੰ ਕੁਝ ਨਹੀਂ ਸਮਝਦਾ। ਫਰੀਦ ਸਾਹਿਬ ਸ਼ਿਕਵਾ ਕਰਦੇ ਹਨ, ਫਰੀਦਾ ਕੂਕੇਂਦਿਆਂ ਚਾਂਗੇਂਦਿਆਂ ਮੱਤੀ ਦੇਂਦਿਆਂ ਨਿਤ, ਰੋਜ਼ ਨਿਤ ਮਤੀ ਦਿੱਤੀਆਂ, ਮਤ ਅਕਲ ਸਿਆਣਪ ਰੋਜ਼ ਸਮਝਾਉਣ ਦਾ ਯਤਨ ਕੀਤਾ। ਪਿਆਰਵਾਨ ਵੀ ਕੂਕ ਕੇ ਵੀ, ਚਾਂਗਰਾਂ ਮਾਰ ਕੇ ਵੀ, ਕੂਕੇਂਦਿਆਂ ਚਾਂਗੇਂਦਿਆਂ ਮੱਤੀ ਦੇਂਦਿਆਂ ਨਿਤ। ਪਰ ਜੋ ਸ਼ੈਤਾਨ ਵੰਝਾਇਆ ਸੇ ਕਦ ਫੇਰਨ ਚਿੱਤ, ਜਿਨ੍ਹਾਂ ਦੇ ਕੰਨ 'ਚ ਸ਼ੈਤਾਨ ਨੇ ਫੂਕ ਮਾਰ ਦਿੱਤੀ, ਉਹਨਾਂ ਦਾ ਮਨ ਪ੍ਰਮਾਤਮਾ ਵੱਲ ਕਿਵੇਂ ਜਾਏਗਾ। ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ। ਸਾਨੂੰ ਯਾਦ ਰੱਖਣਾ ਚਾਹੀਦਾ ਸਭ ਨੂੰ, ਜਿਵੇਂ ਆਸਾ ਜੀ ਦੀ ਵਾਰ ਵਿੱਚ ਲਿਖਿਆ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਆ ਜਿਹੜਾ ਸਰੀਰ ਰੂਪੀ ਕੱਪੜਾ, ਸਾਡਾ ਜਨਮ ਹੋਇਆ, ਮਾਂ ਦੇ ਗਰਭ 'ਚੋਂ ਬਾਹਰ ਨਿਕਲੇ, ਸਰੀਰ ਮਾਂ ਦੇ ਪੇਟ 'ਚੋਂ ਬਾਹਰ ਨਿਕਲਿਆ, ਦੁਨੀਆ ਕਹਿੰਦੀ ਬੱਚਾ ਜੰਮ ਪਿਆ। ਜਦੋਂ ਮਰ ਗਿਆ ਤੇ ਸਰੀਰ ਇੱਥੇ ਹੀ ਫੂਕ ਦਿੱਤਾ ਗਿਆ। ਕਹਿੰਦੇ ਇਹ ਮਿਲਿਆ ਹੈ ਕੱਪੜਾ, ਸਰੀਰ ਰੂਪੀ ਕੱਪੜਾ ਮਿਲਿਆ ਹੈ, ਪਰ ਇੱਕ ਧਿਆਨ ਰੱਖੀ, ਇਹ ਇੱਥੇ ਮਿਲਿਆ, ਇੱਥੇ ਹੀ ਛੱਡ ਕੇ ਜਾਣਾ ਹੈ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਚੰਗਾ ਕਰੇਗਾ ਤਾਂ ਵੀ ਤੈਨੂੰ ਫਲ ਮਿਲੇਗਾ, ਮਾੜਾ ਕਰੇਗਾ ਤੈਨੂੰ ਹੀ ਮਿਲਣਾ ਹੈ, ਕਿਸੇ ਹੋਰ ਨੂੰ ਨਹੀਂ ਮਿਲਣਾ। ਤੇਰੀ ਕਰਤੂਤ, ਤੇਰੇ ਕੀਤੇ ਹੋਏ ਕੰਮ, ਰਿਜ਼ਲਟ, ਨਤੀਜਾ ਤੈਨੂੰ ਹੀ ਭੁਗਤਣਾ ਪੈਣਾ ਹੈ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ, ਹੁਕਮ ਕੀਏ ਮਨ ਭਾਵਦੇ। ਸਾਰੀ ਉਮਰ ਬੰਦਾ ਕੰਮ ਕਰਦਾ ਆਪਣੇ ਮਨ ਭਾਉਂਦੇ, ਮੈਨੂੰ ਆਹ ਚੰਗਾ ਲੱਗਦਾ ਮੈਂ ਕਰਨਾ ਹੈ, ਮੈਨੂੰ ਇਹ ਚੰਗਾ ਨਹੀਂ ਲੱਗਦਾ ਮੈਂ ਨਹੀਂ ਕਰਨਾ। ਕਹਿੰਦੇ ਠੀਕ ਹੈ, ਸਾਰੀ ਉਮਰ ਤੂੰ ਆਪਣੀ ਮਨ ਮਰਜ਼ੀ ਕੀਤੀ, ਮੌਜ ਕੀਤੀ ਨਾ, ਪਰ ਇੱਕ ਧਿਆਨ ਰੱਖੀ, ਅੱਗੇ ਰਾਹ ਬਹੁਤ ਭੀੜਾ ਹੈ। ਹੁਕਮ ਕੀਏ ਮਨ ਭਾਵਦੇ, ਰਾਹ ਭੀੜੇ ਅੱਗੇ ਜਾਵਣਾ। ਨੰਗਾ ਦੋਜ਼ਖ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗੁਣ ਪਛਤਾਵਣਾ। ਇੱਥੇ ਸਾਡੇ ਹੱਥ ਵਿੱਚ ਕੋਈ ਚੀਜ਼ ਹੋਵੇ, ਸਾਹਮਣੇ ਕੋਈ ਬੰਦਾ ਆਵੇ ਤੇ ਮੈਂ ਹੱਥ ਪਿੱਛੇ ਕਰਕੇ ਲੁਕਾ ਲਵਾਂ, ਜਾਂ ਪਿੱਛੇ ਖੜਾ ਹੋਵੇ ਮੈਂ ਹੱਥ ਅੱਗੇ ਕਰਕੇ ਛੁਪਾ ਲਵਾਂ, ਜੇਬ 'ਚ ਪਾ ਲਵਾਂ। ਪਰ ਪਾਤਸ਼ਾਹ ਕਹਿੰਦੇ ਅੱਗੋਂ ਦੇਖਿਆ ਪਿੱਛੋਂ ਦੇਖਿਆ, ਤਿਸਤੇ ਕਹਾਂ ਲੁਕਾਵੇਂ। ਕਿੱਥੋਂ ਲੁਕਾਏਂਗਾ ਤੂੰ? ਉਹ ਤੇ ਤੇਰੇ ਅੰਦਰ ਬਿਰਾਜਮਾਨ ਹੈ, ਉਹ ਤੇ ਤੈਨੂੰ ਸਭ ਕੁਝ ਵੇਖ ਰਿਹਾ ਹੈ, ਕੀ ਲੁਕਾਏਂਗਾ ਤੂੰ? ਵੈਸੇ ਆਮ ਤੌਰ 'ਤੇ ਇੱਕ ਸ਼ਾਇਰ ਨੇ ਬਹੁਤ ਕਮਾਲ ਦਾ ਸ਼ੇਰ ਕਿਹਾ ਹੈ, ਕਹਿੰਦਾ ਜਿਸਕੇ ਆਂਗਨ में अमीरी का शजर लगता है। ਸ਼ਜਰ ਮੈਨੇ ਟਾਹਣੀ, ਪੇੜ, ਛੋਟਾ ਦਰਖਤ। ਜਿਸ ਦੇ ਆਂਗਨ ਵਿੱਚ ਅਮੀਰੀ ਦਾ ਬੂਟਾ ਲੱਗਦਾ ਨਾ, ਅਮੀਰੀ ਦਾ, जिसके आंगन में अमीरी का शजर लगता है, उसका हर ऐब ज़माने को हुनर लगता है। अमीरी साढ़े बहुत औगुण छुपा लेंदी है। गरीब का छोटा जिहा औगुण होवे ते ओदी भंडी सारे समाज विच हुंदी है। अमीर लख चोर होवे, कातल होवे, ओदा पैसा सब कुछ छुपा लेंदा है। जिसके आंगन में अमीरी का शजर लगता है, उसका हर ऐब ज़माने को हुनर लगता है। गरीब बेचारा फटी हुई पैंट पावे, उसनू मजाक किया जाता है कि तेरे को कपड़े नहीं पाउण नूं। ਉਹੀ ਫਿਲਮਾਂ ਦੇ ਹੀਰੋ ਕਰੋੜਾਂ ਰੁਪਏ ਲੈਣ ਵਾਲੇ ਫਟੀਆਂ ਪੈਂਟਾਂ ਪਾਉਂਦੇ ਹਨ ਤੇ ਅਸੀਂ ਉਹਨਾਂ ਨੂੰ, ਸਾਡੇ ਬੱਚੇ ਫਾਲੋ ਕਰਦੇ ਹਨ। ਉਹ ਹੁਨਰ ਲੱਗਦਾ ਹੈ ਐਬ, ਲੇਕਿਨ ਹੁਨਰ ਲੱਗ ਰਿਹਾ ਹੈ। ਉਹ ਕੱਪੜੇ ਲਾ ਕੇ ਸੜਕਾਂ 'ਤੇ ਤੁਰੇ ਫਿਰਦੇ, ਉਹਨਾਂ ਕੋਲ ਪੈਸਾ ਹੈ, ਉਹ ਕੱਪੜਾ ਲੈ ਸਕਦੇ ਮਹਿੰਗੇ ਤੋਂ ਮਹਿੰਗਾ, ਲੇਕਿਨ ਗਰੀਬ ਕੋਲ ਤੇ ਕੋਈ ਆਪਸ਼ਨ ਹੀ ਨਹੀਂ ਹੈ। ਕਹਿੰਦੇ किसी के पास तन ढकने को कपड़ा नहीं,
किसी को तन ढकने का शौक नहीं, गरीब को ऑप्शन ही नहीं, कपड़ा ही नहीं है, बेचारा गरीब नंगा है। लेकिन अमीर जान के कपड़े ला ला के नंगे होके भजे फिरदे हन, शर्म ला सुटी है। ये दो कैटेगरीज बन गई हैं। ते अमीरी बहुत साडे गुनाह च पा लैंदी है। तुसीं वेख्या नहीं वड्डे वड्डे लोग की कुछ कर रहे हैं। अमीरी है, ताकत है, सब कुछ छुप गया है। लेकिन गरीब वो कुछ नहीं छुपा सकता। जिसके आंगन में अमीरी का शजर लगता है, उसका हर ऐब ज़माने को हुनर लगता है। कहते कोई गल नहीं, इत्थे ते तेरी अमीरी ने तेरा अवगुण छुपा लिया, पर बेटा अगे जाके केड़ी अमीरी, अगे जाके ते सिर्फ आत्मा खड़ी होनी। और डरावना रूप होएगा, जिमें खेतों के विच जानवरों को, पंछियों को भजाण वास्ते दो डंडे खड़े करके उपर हांडी रख दी जाती है, बड़ी डरावनी लगती है। मंदा चंगा अपना आपे ही कीता पावना, हुक्म किए मन भावदे राह भीड़े अगे जावना। नंगा उत्थे केड़ा कपड़ा तेनू टकेगा, उत्थे केड़ी अमीरी तेनू टकेगी। नंगा दोज़ख चालिया, दोज़ख च जाएगा, तां दिसै खरा डरावना, डरावना लगेगा। एक ध्यान रखी, कर अवगुण पछतावना। अवगुण करेगा तो तेनू पछताना ही पएगा, ये पक्की गल है, पछताना पएगा। इस करके भजो गोबिंद, भूल मत जाओ मानस जन्म का। मनुखी जन्म का यही प्रॉफिट है कि प्रभु की आराधना करनी, प्रभु का सिमरन करना। भजो गोबिंद भूल मत जाओ, भजो गोबिंद भूल मत जाओ। मानस जन्म का यही लाभ, मानस जन्म का यही लाभ। भजो गोबिंद भूल मत जाओ, भजो गोबिंद भूल मत जाओ, भजो गोबिंद भूल मत